हेलो स्टूडेंट्स, मेरा नाम मनी धिंगड़ा ਅਤੇ मैं NSQF यानी नैशनल स्किल क्वालिफिकेशन फ्रेमवर्क ਦੇ ਤਹਿਤ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਾਹਲੀਵਾਲਾ ਬੋਦਲਾ ਵਿਖੇ IT यानी ਇਨਫੋਰਮੇਸ਼ਨ ਟੈਕਨੋਲੋਜੀ ਸਬਜੈਕਟ ਦੀ ਟ੍ਰੇਨਰ ਹਾਂ। ਅੱਜ ਦਾ ਯੁੱਗ IT ਯੁੱਗ ਹੈ। IT ਯੁੱਗ ਤੋਂ ਭਾਵ ਕਿ ਅੱਜ ਦੇ ਯੁੱਗ ਵਿੱਚ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਕਿ ਕੰਪਿਊਟਰ यानी IT ਦੀ ਵਰਤੋਂ ਨਾ ਕੀਤੀ ਜਾਵੇ। ਅੱਜ ਆਪਾਂ ਕੰਪਿਊਟਰ ਦੇ ਪਾਰਟਸ ਅਤੇ ਪੈਰੀਫेरल्स ਡਿਵਾਈਸਿਸ ਬਾਰੇ ਵਿਸਥਾਰਪੂਰਵਕ ਪੜਾਂਗੇ। ਕੰਪਿਊਟਰ ਕੀ ਹੈ? ਕੰਪਿਊਟਰ ਇੱਕ ਪ੍ਰੋਗਰਾਮੇਬਲ ਮਸ਼ੀਨ ਹੈ ਜਿਹੜੀ ਕਿ ਡਾਟਾ ਨੂੰ ਸਟੋਰ ਅਤੇ ਰੀਡਰਾਈਵ यानी ਪ੍ਰੋਸੈਸ ਕਰਕੇ ਇਨਫੋਰਮੇਸ਼ਨ ਵਿੱਚ ਬਦਲਦੀ ਹੈ। ਕੰਪਿਊਟਰ ਨੂੰ ਮੇਨਲੀ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਇਨਪੁਟ ਯੂਨਿਟ, ਸੈਂਟਰਲ ਪ੍ਰੋਸੈਸਿੰਗ ਯੂਨਿਟ ਅਤੇ ਆਉਟਪੁੱਟ ਯੂਨਿਟ। ਇਨਪੁਟ ਯੂਨਿਟ ਤੋਂ ਭਾਵ ਕਿ ਅਸੀਂ ਕੰਪਿਊਟਰ ਨੂੰ ਇਨਪੁਟ ਡਿਵਾਈਸਿਸ ਰਾਹੀਂ ਪ੍ਰਦਾਨ ਕਰਦੇ ਹਾਂ ਅਤੇ CPU यानी ਸੈਂਟਰਲ ਪ੍ਰੋਸੈਸਿੰਗ ਯੂਨਿਟ ਉਸ ਡਾਟਾ ਨੂੰ ਲੌਜੀਕਲ ਅਤੇ ਅਰਥਮੈਟਿਕ ਆਪਰੇਸ਼ਨਾਂ ਦੁਆਰਾ ਆਪਰੇਟ ਕਰਕੇ ਉਸ ਨੂੰ ਆਉਟਪੁੱਟ ਯੂਨਿਟ यानी ਆਉਟਪੁੱਟ ਡਿਵਾਈਸਿਸ ਦੀ ਮਦਦ ਨਾਲ ਸਾਡੇ ਕੋਲ ਇੱਕ ਹਾਰਡ ਕਾਪੀ ਜਾਂ ਫਿਰ ਸੌਫਟ ਕਾਪੀ ਪ੍ਰਦਾਨ ਕਰਦੀ ਹੈ। ਫਰਸਟ ਇਜ਼ ਇਨਪੁਟ ਯੂਨਿਟ। ਇਨਪੁਟ यानी ਕੰਪਿਊਟਰ ਦਾ ਇਨਫੋਰਮੇਸ਼ਨ ਲੈਣਾ। ਅਸੀਂ ਕੰਪਿਊਟਰ ਨੂੰ ਆਪਣੇ ਨੀਡ ਅਕੋਰਡਿੰਗ ਇਨਫੋਰਮੇਸ਼ਨ ਦਿੰਦੇ ਹਾਂ ਅਤੇ ਕੰਪਿਊਟਰ ਉਸ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਕੇ ਸਾਡੇ ਕੋਲ ਆਉਟਪੁੱਟ ਦੇ ਤੌਰ ਤੇ ਪ੍ਰਦਾਨ ਕਰਦਾ ਹੈ। ਸਾਡੇ ਕੋਲ ਬਹੁਤ ਸਾਰੇ ਇਨਪੁੱਟ ਡਿਵਾਈਸਿਸ ਮੌਜੂਦ ਹਨ ਜਿਵੇਂ ਕਿ ਕੀਬੋਰਡ, ਮਾਊਸ, ਮਾਈਕਰੋਫੋਨ, ਸਕੈਨਰ ਅਤੇ ਹੋਰ। ਇਨਪੁੱਟ ਡਿਵਾਈਸ ਨੂੰ ਪੈਰੀਫेरल ਡਿਵਾਈਸ ਵੀ ਕਿਹਾ ਜਾਂਦਾ ਹੈ। ਕੀਬੋਰਡ ਇੱਕ ਇਨਪੁੱਟ ਡਿਵਾਈਸ ਹੈ ਜਿਹੜਾ ਕਿ ਕੰਪਿਊਟਰ ਦਾ ਮੁੱਖ ਭਾਗ ਹੈ। ਇਸ ਦੀ ਵਰਤੋਂ ਕੁਝ ਵੀ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਅਸੀਂ ਲੈਟਰਸ, ਨੰਬਰਸ, ਸਿੰਬਲ ਅਤੇ ਕੋਈ ਵੀ ਡਾਕੂਮੈਂਟ ਕ੍ਰੀਏਟ ਕਰਨ ਲਈ, ਟਾਈਪ ਕਰਨ ਲਈ ਵਰਤਦੇ ਹਾਂ। ਕੀਬੋਰਡ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਟਨ यानी ਕੀਜ਼ ਮੌਜੂਦ ਹਨ ਜਿਵੇਂ ਕਿ ਲੌਜੀਕਲ ਕੀਜ਼, ਅਲਫਾਬੈਟਿਕਲ ਕੀਜ਼, ਸਪੈਸ਼ਲ ਕੀ, ਨਿਊਮੈਰਿਕ ਕੀ, ਫੰਕਸ਼ਨਲ ਕੀ ਅਤੇ ਹੋਰ। ਇਸ ਤਰ੍ਹਾਂ ਅਸੀਂ ਕੀਬੋਰਡ ਦੀ ਸਹਾਇਤਾ ਨਾਲ ਕੁਝ ਵੀ ਟਾਈਪ ਕਰਕੇ ਮੋਨੀਟਰ ਉੱਪਰ ਪ੍ਰਿੰਟ ਕਰ ਸਕਦੇ ਹਾਂ ਜਾਂ ਦੇਖ ਸਕਦੇ ਹਾਂ। ਮਾਊਸ ਵੀ ਇੱਕ ਇਨਪੁੱਟ ਡਿਵਾਈਸ ਹੈ ਜਿਹੜਾ ਕਿ ਮੋਨੀਟਰ ਦੇ ਉੱਪਰ ਕੁਝ ਵੀ ਸਿਲੈਕਟ ਕਰਨ ਲਈ, ਕੋਈ ਵੀ ਟੈਕਸਟ, ਆਈਕਨ, ਫਾਈਲਸ ਅਤੇ ਫੋਲਡਰਸ ਨੂੰ ਸਿਲੈਕਟ ਕਰਕੇ ਉਸ ਉੱਪਰ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਮਾਊਸ ਮੇਨਲੀ 2 ਪ੍ਰਕਾਰ ਦਾ ਹੁੰਦਾ ਹੈ: ਵਾਇਰਡ ਅਤੇ ਵਾਇਰਲੈਸ। ਵਾਇਰਲੈਸ ਤੋਂ ਭਾਵ ਕਿ ਤਾਰ ਤੋਂ ਬਿਨਾਂ ਅਤੇ ਵਾਇਰ ਤੋਂ ਭਾਵ ਤਾਰ ਰਹਿਤ ਸਮੇਤ। ਆਉਟਪੁੱਟ ਯੂਨਿਟ ਪ੍ਰੋਸੈਸਿੰਗ ਉਪਰੰਤ ਜੋ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਆਉਟਪੁੱਟ ਯੂਨਿਟ ਰਾਹੀਂ ਹੀ ਪ੍ਰਾਪਤ ਹੁੰਦੀ ਹੈ। CPU ਬਾਈਨਰੀ ਲੈਂਗੁਏਜ ਨੂੰ ਮਨੁੱਖ ਦੇ ਸਮਝ ਆਉਣਯੋਗ ਭਾਸ਼ਾ ਵਿੱਚ ਬਦਲਦਾ ਹੈ ਅਤੇ ਆਉਟਪੁੱਟ ਯੰਤਰਾਂ ਰਾਹੀਂ ਸਾਨੂੰ ਆਉਟਪੁੱਟ ਪ੍ਰਦਾਨ ਕਰਦਾ ਹੈ। ਜਿਵੇਂ ਕਿ ਜੂਸ ਬਣਾਉਣ ਲਈ ਅਸੀਂ ਸਭ ਤੋਂ ਪਹਿਲੇ ਮੌਸਮੀ ਜਾਂ ਕਿੰਨੂ ਨੂੰ ਮਿਕਸੀ ਵਿੱਚ ਪਾਉਂਦੇ ਹਾਂ ਜਿਹੜੇ ਕਿ ਇਨਪੁੱਟ ਯੂਨਿਟ ਹੈ। ਪ੍ਰੋਸੈਸਿੰਗ ਉਪਰੰਤ ਜੋ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਆਉਟਪੁੱਟ ਯੰਤਰਾਂ ਦੇ ਰਾਹੀਂ ਹੀ ਪ੍ਰਾਪਤ ਹੁੰਦੀ ਹੈ। CPU ਬਾਈਨਰੀ ਲੈਂਗੁਏਜ ਨੂੰ ਮਨੁੱਖ ਦੇ ਸਮਝ ਆਉਣਯੋਗ ਭਾਸ਼ਾ ਵਿੱਚ ਬਦਲਦਾ ਹੈ ਅਤੇ ਆਉਟਪੁੱਟ ਯੰਤਰਾਂ ਰਾਹੀਂ ਸਾਨੂੰ ਆਉਟਪੁੱਟ ਪ੍ਰਦਾਨ ਕਰਦਾ ਹੈ। ਜਿਵੇਂ ਕਿ ਜੂਸ ਬਣਾਉਣ ਲਈ ਅਸੀਂ ਮਿਕਸੀ ਵਿੱਚ ਕਿੰਨੂ ਜਾਂ ਸੰਤਰਾ ਪਾਉਂਦੇ ਹਾਂ, ਉਹ ਇੱਕ ਇਨਪੁਟ ਹੈ ਅਤੇ ਮਿਕਸੀ ਉਸ ਨੂੰ ਪ੍ਰੋਸੈਸ ਕਰਦੀ ਹੈ ਜਿਸ ਨੂੰ ਅਸੀਂ CPU ਜਾਂ ਪ੍ਰੋਸੈਸਿੰਗ ਯੂਨਿਟ ਕਹਾਂਗੇ ਅਤੇ ਇੱਕ ਜੂਸ ਦਾ ਗਿਲਾਸ ਸਾਡੇ ਕੋਲ ਪ੍ਰਾਪਤ ਹੁੰਦਾ ਹੈ, ਉਹ ਸਾਡੀ ਆਉਟਪੁੱਟ ਹੈ। ਇਸੇ ਤਰ੍ਹਾਂ ਹੀ
ਆਊਟਪੁੱਟ ਯੂਨਿਟ ਆਪਣਾ ਕੰਮ ਕਰਦੀ ਹੈ। ਸਾਡੇ ਕੋਲ ਮੋਨੀਟਰ, ਪ੍ਰਿੰਟਰ, ਸਪੀਕਰ। ਮੋਨੀਟਰ ਇੱਕ ਆਊਟਪੁੱਟ ਡਿਵਾਈਸ ਹੈ ਅਤੇ ਪ੍ਰੋਸੈਸਿੰਗ ਉਪਰੰਤ ਜਿਹੜੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਮੋਨੀਟਰ 'ਤੇ ਦਰਸਾਈ ਜਾਂਦੀ ਹੈ। ਮੋਨੀਟਰ ਵੱਖ-ਵੱਖ ਪ੍ਰਕਾਰ ਦੇ ਅਤੇ ਵੱਖ-ਵੱਖ ਸਾਈਜ਼ ਦੇ ਹੁੰਦੇ ਹਨ। ਪ੍ਰਿੰਟਰ ਇੱਕ ਆਊਟਪੁੱਟ ਡਿਵਾਈਸ ਹੈ। ਇਸ ਦੀ ਸਹਾਇਤਾ ਨਾਲ ਅਸੀਂ ਆਪਣੇ ਕਿਸੇ ਵੀ ਡਾਕੂਮੈਂਟ, ਇਮੇਜ ਦਾ ਪ੍ਰਿੰਟ ਲੈ ਸਕਦੇ ਹਾਂ। ਮੋਨੀਟਰ ਉੱਤੇ ਦਰਸਾਈ ਗਈ ਆਊਟਪੁੱਟ ਦਾ ਪ੍ਰਿੰਟ ਪ੍ਰਿੰਟਰ ਦੁਆਰਾ ਲਿਆ ਜਾਂਦਾ ਹੈ। ਸਪੀਕਰ ਇੱਕ ਆਊਟਪੁੱਟ ਡਿਵਾਈਸ ਹੈ ਅਤੇ ਇਹ ਮਨੁੱਖ ਦੇ ਕੰਨਾਂ ਤੱਕ ਆਵਾਜ਼ ਯਾਨੀ ਆਡੀਓ ਪਹੁੰਚਾਉਣ ਵਿੱਚ ਸਾਡੀ ਮਦਦ ਕਰਦੇ ਹਨ। ਸਪੀਕਰ ਕਈ ਪ੍ਰਕਾਰ ਦੇ ਹੁੰਦੇ ਹਨ। ਸਪੀਕਰ ਵਾਇਰਡ ਅਤੇ ਵਾਇਰਲੈਸ ਦੋਨਾਂ ਪ੍ਰਕਾਰ ਦੇ ਹੋ ਸਕਦੇ ਹਨ ਅਤੇ ਇਹਨਾਂ ਦੇ ਸਾਈਜ਼ ਵੀ ਵੱਖ-ਵੱਖ ਹਨ। ਪ੍ਰੋਜੈਕਟਰ ਇੱਕ ਆਊਟਪੁੱਟ ਡਿਵਾਈਸ ਹੈ ਅਤੇ ਇਹ ਸਾਡੀ ਤਸਵੀਰ ਨੂੰ ਵੱਡਾ ਕਰਕੇ ਦਿਖਾਉਣ ਵਿੱਚ ਸਹਾਇਕ ਹੁੰਦੀ ਹੈ। ਇਹ ਮੋਨੀਟਰ ਅਤੇ ਟੈਲੀਵਿਜ਼ਨ ਦੀ ਜਗ੍ਹਾ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਅਸੀਂ ਜ਼ਿਆਦਾ ਲੋਕਾਂ ਦੇ ਇਕੱਠ ਨੂੰ ਕੋਈ ਵੀ ਤਸਵੀਰ ਜਾਂ ਫਿਰ ਵੀਡੀਓ ਦਿਖਾ ਸਕਦੇ ਹਾਂ। ਅਦਰ ਪੈਰੀਫਿਰਲ ਡਿਵਾਈਸਿਸ, ਇਸ ਵਿੱਚ ਅਸੀਂ ਬਾਰਕੋਡ ਰੀਡਰ ਬਾਰੇ ਗੱਲ ਕਰਾਂਗੇ। ਜਿਸ ਪ੍ਰਕਾਰ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਸਟੋਰਸ ਅਤੇ ਮਾਲਸ ਦੇ ਅੰਦਰ ਬਾਰਕੋਡ ਰੀਡਰ ਦੀ ਸਹਾਇਤਾ ਨਾਲ ਬਿੱਲ ਕੱਟੇ ਜਾਂਦੇ ਹਨ। ਹਰ ਇੱਕ ਆਈਟਮ ਦਾ ਬਾਰਕੋਡ ਵੱਖ-ਵੱਖ ਹੁੰਦਾ ਹੈ ਜਿਹੜਾ ਕਿ ਸਾਨੂੰ ਉਸ ਪ੍ਰੋਡਕਟ ਦੀ ਸਾਰੀ ਇਨਫੋਰਮੇਸ਼ਨ ਪ੍ਰਦਾਨ ਕਰਦਾ ਹੈ ਅਤੇ ਸਾਡਾ ਕੰਮ ਬੜੇ ਹੀ ਆਸਾਨ ਅਤੇ ਸੌਖੇ ਤਰੀਕੇ ਨਾਲ ਕਰ ਦਿੰਦਾ ਹੈ। ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ ਕਿ CPU ਕੰਪਿਊਟਰ ਦਾ ਮੁੱਖ ਭਾਗ ਹੈ ਅਤੇ ਇਸ ਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਜਿਹੜੀ ਇਨਫੋਰਮੇਸ਼ਨ ਅਸੀਂ ਕੰਪਿਊਟਰ ਨੂੰ ਦਿੰਦੇ ਹਾਂ ਉਹ ਇਨਫੋਰਮੇਸ਼ਨ CPU ਦੁਆਰਾ ਪ੍ਰੋਸੈਸ ਕਰਕੇ ਮੈਥਮੈਟੀਕਲ ਅਤੇ ਲੌਜੀਕਲ ਆਪਰੇਸ਼ਨਾਂ ਦੁਆਰਾ ਪ੍ਰੋਸੈਸ ਹੋ ਕੇ ਸਾਡੇ ਤੱਕ ਆਊਟਪੁੱਟ ਰਾਹੀਂ ਪਹੁੰਚਦੀ ਹੈ। ਉਹ ਇਨਫੋਰਮੇਸ਼ਨ ਸਾਡੇ ਕੋਲ ਮੋਨੀਟਰ ਅਤੇ ਪ੍ਰਿੰਟਰ ਦੁਆਰਾ ਪ੍ਰਾਪਤ ਹੁੰਦੀ ਹੈ। ਪਾਰਟਸ ਆਫ CPU ਦੇ ਮੁੱਖ 3 ਭਾਗ ਹਨ: ਕੰਟਰੋਲ ਯੂਨਿਟ, ਪ੍ਰੋਸੈਸਿੰਗ ਯੂਨਿਟ ਅਤੇ ਮੈਮਰੀ ਯੂਨਿਟ। ਕੰਟਰੋਲ ਯੂਨਿਟ ਦਾ ਕੰਮ ਯੂਜ਼ਰ ਤੋਂ ਇਨਫੋਰਮੇਸ਼ਨ ਲੈਣਾ ਅਤੇ ਬਾਕੀ ਪਾਰਟਸ ਨੂੰ ਦੇਖਣਾ ਕਿ ਹਰ ਇੱਕ ਪਾਰਟ ਕੰਪਿਊਟਰ ਦਾ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਹੈ ਕਿ ਨਹੀਂ। ਇਹ ਕੰਪਨੀ ਦੇ ਮੈਨੇਜਰ ਦੀ ਤਰ੍ਹਾਂ ਕੰਮ ਕਰਦਾ ਹੈ। ਪ੍ਰੋਸੈਸਿੰਗ ਯੂਨਿਟ ਕੰਪਨੀ ਦੇ ਅਕਾਊਂਟੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਦੇਖਦਾ ਹੈ ਕਿ ਕੰਪਿਊਟਰ ਦਾ ਹਰ ਇੱਕ ਮੈਥਮੈਟੀਕਲ ਅਤੇ ਲੌਜੀਕਲ ਕੈਲਕੂਲੇਸ਼ਨਸ ਠੀਕ ਤਰੀਕੇ ਨਾਲ ਹੋ ਰਹੇ ਹਨ ਕਿ ਨਹੀਂ। ਮੈਮਰੀ ਯੂਨਿਟ ਨੂੰ ਕੰਪਨੀ ਦਾ ਸਟੋਰੇਜ ਰੂਮ ਵੀ ਅਸੀਂ ਕਹਿ ਸਕਦੇ ਹਾਂ। ਇਸ ਵਿੱਚ ਅਸੀਂ ਟੈਂਪਰੇਰੀ ਅਤੇ ਪਰਮਾਨੈਂਟ ਮੈਮਰੀ ਨੂੰ ਰੱਖਦੇ ਹਾਂ। ਟਾਈਪਸ ਆਫ ਮੈਮਰੀ ਸਟੋਰੇਜ ਡਿਵਾਈਸਿਸ। ਮੈਮਰੀ ਦੀਆਂ ਮੁੱਖ 3 ਭਾਗ ਹੁੰਦੇ ਹਨ: ਰੈਮ, ਰੋਮ ਅਤੇ ਫਲੈਸ਼ ਮੈਮਰੀ। ਰੈਮ ਯਾਨੀ ਕਿ ਰੈਂਡਮ ਅਸੈਸ ਮੈਮਰੀ। ਰੈਂਡਮ ਅਸੈਸ ਮੈਮਰੀ ਨੂੰ ਟੈਂਪਰੇਰੀ ਮੈਮਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਸ ਵੇਲੇ ਅਸੀਂ ਕੰਪਿਊਟਰ 'ਤੇ ਕੋਈ ਵੀ ਕੰਮ ਕਰਦੇ ਹਾਂ ਉਸ ਵੇਲੇ ਰੈਂਡਮ ਅਸੈਸ ਮੈਮਰੀ ਦੀ ਵਰਤੋਂ ਹੁੰਦੀ ਹੈ। ਇਸ ਵਿੱਚ ਡਾਟਾ ਅਸੀਂ ਇਨਫੋਰਮੇਸ਼ਨ ਆਸਾਨੀ ਨਾਲ ਬਦਲ ਸਕਦੇ ਹਾਂ ਅਤੇ ਜਦੋਂ ਅਸੀਂ ਕੰਪਿਊਟਰ ਦਾ ਬਟਨ ਬੰਦ ਕਰ ਦਿੰਦੇ ਹਾਂ ਤਾਂ ਰੈਂਡਮ ਅਸੈਸ ਮੈਮਰੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਰੀਡ ਓਨਲੀ ਮੈਮਰੀ ਨੂੰ ਪਰਮਾਨੈਂਟ ਮੈਮਰੀ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕੰਪਿਊਟਰ ਦਾ ਬਟਨ ਬੰਦ ਕਰਦੇ ਹਾਂ ਉਸ ਵੇਲੇ ਇਹ ਸਾਰੀ ਇਨਫੋਰਮੇਸ਼ਨ ਨੂੰ ਸਟੋਰ ਕਰ ਦਿੰਦਾ ਹੈ ਅਤੇ ਰੋਮ ਅੰਦਰ ਇਨਫੋਰਮੇਸ਼ਨ ਨੂੰ ਬਦਲਣਾ ਬਹੁਤ ਹੀ ਔਖਾ ਹੈ। ਰੋਮ ਦੀ ਵਰਤੋਂ ਕੰਪਿਊਟਰ ਦੇ ਸਟਾਰਟ ਕਰਨ ਵੇਲੇ ਕੀਤੀ ਜਾਂਦੀ ਹੈ। ਫਲੈਸ਼ ਮੈਮਰੀ ਨੂੰ ਵੀ ਪਰਮਾਨੈਂਟ ਮੈਮਰੀ ਕਿਹਾ ਜਾਂਦਾ ਹੈ ਅਤੇ ਇਨਫੋਰਮੇਸ਼ਨ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਲਿਜਾਣ ਲਈ ਫਲੈਸ਼ ਮੈਮਰੀ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਿਊਟਰ ਦੇ ਬੰਦ ਹੋਣ 'ਤੇ ਫਲੈਸ਼ ਮੈਮਰੀ ਰਾਹੀਂ ਇਨਫੋਰਮੇਸ਼ਨ ਡਿਲੀਟ ਨਹੀਂ ਹੁੰਦੀ ਅਤੇ ਇਸ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਲਿਜਾਣਾ ਬਹੁਤ ਹੀ ਸੌਖਾ ਹੈ। ਜਦੋਂ ਅਸੀਂ ਕੰਪਿਊਟਰ ਨੂੰ ਖੋਲ੍ਹਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਸਿਲੀਕਨ ਦਾ ਬਹੁਤ ਵੱਡਾ ਪੀਸ ਨਜ਼ਰ ਆਉਂਦਾ ਹੈ ਜਿਸ ਨੂੰ ਅਸੀਂ ਮਦਰਬੋਰਡ ਆਖਦੇ ਹਾਂ। ਮਦਰਬੋਰਡ ਇਨਪੁੱਟ, ਪ੍ਰੋਸੈਸਿੰਗ ਅਤੇ ਆਉਟਪੁੱਟ ਨੂੰ ਆਪਸ ਵਿੱਚ ਜੋੜਦਾ ਹੈ।
ਸਟੋਰੇਜ ਡਿਵਾਈਸਿਸ ਯਾਨੀ ਕਿ ਡਾਟਾ ਨੂੰ ਇੱਕ ਜਗ੍ਹਾ ਤੋਂ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਲਿਜਾਣ ਲਈ ਅਸੀਂ ਸਟੋਰੇਜ ਡਿਵਾਈਸਿਸ ਦੀ ਵਰਤੋਂ ਕਰਦੇ ਹਾਂ। ਸਟੋਰੇਜ ਡਿਵਾਈਸਿਸ ਮੁੱਖ 4 ਪ੍ਰਕਾਰ ਦੇ ਹਨ: CD, DVD, ਹਾਰਡ ਡਿਸਕ ਅਤੇ USB ਫਲੈਸ਼ ਡਰਾਈਵ। ਪੋਰਟਸ ਐਂਡ ਕਨੈਕਟਰਸ। ਦੋ ਡਿਵਾਈਸਿਸ ਨੂੰ ਆਪਸ ਵਿੱਚ ਜੋੜਨ ਲਈ ਅਸੀਂ ਪੋਰਟਸ ਅਤੇ ਕਨੈਕਟਰਸ ਦੀ ਮਦਦ ਲੈਂਦੇ ਹਾਂ। ਪੋਰਟਸ ਅਤੇ ਕਨੈਕਟਰਸ ਦੀ ਸਹਾਇਤਾ ਨਾਲ ਅਸੀਂ ਇਨਪੁੱਟ, ਆਉਟਪੁੱਟ ਅਤੇ ਹੋਰ ਸਟੋਰੇਜ ਡਿਵਾਈਸਿਸ ਨੂੰ ਆਪਸ ਵਿੱਚ ਜੋੜ ਸਕਦੇ ਹਾਂ। ਪੋਰਟਸ ਅਤੇ ਕਨੈਕਟਰਸ ਦੀ ਸਹਾਇਤਾ ਨਾਲ ਅਸੀਂ ਐਕਸਟਰਨਲ ਡਿਵਾਈਸਿਸ ਅਤੇ ਨੈਟਵਰਕ ਨੂੰ ਕੰਪਿਊਟਰ ਸਿਸਟਮ ਨਾਲ ਜੋੜਦੇ ਹਾਂ। USB ਯਾਨੀ ਕਿ ਯੂਨੀਵਰਸਲ ਸੀਰੀਅਲ ਬੱਸ। ਯੂਨੀਵਰਸਲ ਸੀਰੀਅਲ ਬੱਸ ਦੀ ਸਹਾਇਤਾ ਨਾਲ ਅਸੀਂ ਮਾਊਸ, ਕੀਬੋਰਡ ਅਤੇ ਪ੍ਰਿੰਟਰ ਨੂੰ ਕੇਬਲ ਰਾਹੀਂ ਕੰਪਿਊਟਰ ਸਿਸਟਮ ਨਾਲ ਜੋੜਦੇ ਹਾਂ। ਡਿਸਪਲੇ ਪੋਰਟ। ਡਿਸਪਲੇ ਪੋਰਟ ਦਾ ਇਸਤੇਮਾਲ ਮੋਨੀਟਰ ਅਤੇ ਹੋਰ ਡਿਸਪਲੇ ਯੂਨਿਟ ਨੂੰ ਕੰਪਿਊਟਰ ਸਿਸਟਮ ਨਾਲ ਜੋੜਨ ਲਈ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹਨ: VGA ਅਤੇ HDMI। VGA ਤੋਂ ਭਾਵ ਵੀਡੀਓ ਗ੍ਰਾਫਿਕ ਐਰੇ। HDMI ਤੋਂ ਭਾਵ ਹਾਈ ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ। ਆਡੀਓ ਪੋਰਟ। ਇਸ ਦਾ ਇਸਤੇਮਾਲ ਮਾਈਕਰੋਫੋਨ, ਸਪੀਕਰ ਅਤੇ ਹੈੱਡਫੋਨ ਨੂੰ ਕੰਪਿਊਟਰ ਨਾਲ ਜੋੜਨ ਲਈ ਕੀਤਾ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਅਸੀਂ ਆਡੀਓ ਨੂੰ ਸੁਣ ਸਕਦੇ ਹਾਂ ਅਤੇ ਇਸ ਨੂੰ ਲਾਈਨ ਆਊਟ ਪੋਰਟ ਵੀ ਕਿਹਾ ਜਾਂਦਾ ਹੈ। ਈਥਰਨੈਟ ਪੋਰਟ। ਇਸ ਦਾ ਇਸਤੇਮਾਲ ਹਾਈ ਸਪੀਡ ਇੰਟਰਨੈਟ ਕੇਬਲ ਨੂੰ ਕੰਪਿਊਟਰ ਸਿਸਟਮ ਨਾਲ ਜੋੜਨ ਲਈ ਕੀਤਾ ਜਾਂਦਾ ਹੈ। ਪਾਵਰ ਪੋਰਟ। ਪਾਵਰ ਪੋਰਟ ਦਾ ਇਸਤੇਮਾਲ ਅਸੀਂ ਮੇਨ ਸਪਲਾਈ ਨੂੰ ਕੰਪਿਊਟਰ ਸਿਸਟਮ ਨਾਲ ਜੋੜਨ ਲਈ ਕਰਦੇ। ਆਓ ਸਟੂਡੈਂਟਸ, ਹੁਣ ਆਪਾਂ ਜਿਹੜਾ ਟੌਪਿਕ ਕੀਤਾ ਉਸ ਦੇ ਕੁਝ ਕੁਐਸਚਨਸ ਬਾਰੇ ਦੇਖਦੇ ਹਾਂ। ਫਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਯੂਨਿਟ ਮੇਕ ਅਪ ਦਾ CPU ਯਾਨੀ CPU ਨਾਲ ਕਿਹੜੇ ਯੂਨਿਟਸ ਸੰਬੰਧਿਤ ਹਨ। ਫਸਟ ਇਜ਼ ਪ੍ਰੋਸੈਸਿੰਗ ਯੂਨਿਟ, ਇਨਪੁਟ ਯੂਨਿਟ, ਮੈਮਰੀ ਯੂਨਿਟ, ਕੰਟਰੋਲ ਯੂਨਿਟ ਅਤੇ ਆਉਟਪੁੱਟ ਯੂਨਿਟ। ਹਾਂਜੀ ਬੱਚੋ, ਤੁਸੀਂ ਮੈਨੂੰ ਦੱਸੋ ਇਹਨਾਂ ਵਿੱਚੋਂ ਕਿਹੜੇ CPU ਦੇ ਭਾਗ ਹਨ। CPU ਦੇ ਮੁੱਖ ਭਾਗ ਹਨ ਪ੍ਰੋਸੈਸਿੰਗ ਯੂਨਿਟ, ਮੈਮਰੀ ਯੂਨਿਟ ਅਤੇ ਕੰਟਰੋਲ ਯੂਨਿਟ। Our next question is which of the following are names of port in the computer? ਇਹਨਾਂ ਵਿੱਚੋਂ ਕੰਪਿਊਟਰ ਦੇ ਕਿਹੜੇ ਪੋਰਟਸ ਹਨ। HDMI, ਇਨਪੁਟ, VGA, USB ਅਤੇ ਈਥਰਨੈਟ। ਹਾਂਜੀ ਬੱਚੋ, ਤੁਸੀਂ ਮੈਨੂੰ ਦੱਸੋ ਇਹਨਾਂ ਵਿੱਚੋਂ ਰਾਈਟ ਆਨਸਰ ਕਿਹੜੇ ਹਨ। Our first right answer is HDMI, VGA, USB and Ethernet. Our third question is there is a talent contest in your town. For participating in the audition, you have to send a recording of a song. Which would you connect to your computer to record your song? It means ਤੁਸੀਂ ਕੋਈ ਟੈਲੈਂਟ ਕੰਟੈਸਟ 'ਚ ਪਾਰਟ ਲੈਣਾ ਹੈ ਅਤੇ ਉਸ ਲਈ ਤੁਸੀਂ ਆਪਣਾ ਕੋਈ ਵੀ ਗਾਣਾ ਨੂੰ ਰਿਕਾਰਡ ਕਰਕੇ ਆਡੀਸ਼ਨ ਲਈ ਭੇਜਣਾ ਹੈ। ਉਹ ਤੁਸੀਂ ਕਿਸ ਦੀ ਸਹਾਇਤਾ ਨਾਲ ਕਰ ਸਕਦੇ ਹੋ? ਕੀਬੋਰਡ ਦੀ ਸਹਾਇਤਾ ਨਾਲ, ਮਾਈਕਰੋਫੋਨ ਦੀ, ਸਕੈਨਰ ਦੀ ਅਤੇ ਮਾਊਸ ਦੀ। ਅਸੀਂ ਰਿਕਾਰਡਿੰਗ ਮਾਈਕਰੋਫੋਨ ਦੀ ਸਹਾਇਤਾ ਨਾਲ ਕਰ ਸਕਦੇ ਹਾਂ। ਅੱਜ ਦੇ ਟੌਪਿਕ ਅਨੁਸਾਰ ਕੁਝ ਕੁਐਸਚਨਸ ਤੁਹਾਡੇ ਸਾਹਮਣੇ ਹਨ। ਫਸਟ ਕੁਐਸਚਨ ਇਜ਼ ਆਈਡੈਂਟੀਫਾਈ ਦਾ ਬੇਸਿਕ ਪਾਰਟਸ ਆਫ ਕੰਪਿਊਟਰ। ਕੰਪਿਊਟਰ ਦੇ ਮੁੱਖ ਭਾਗਾਂ ਬਾਰੇ ਦੱਸੋ। ਆਵਰ ਸੈਕਿੰਡ ਕੁਐਸਚਨ ਇਜ਼ ਲਿਸਟ ਦਾ ਯੂਜ਼ ਆਫ ਇਨਪੁਟ ਐਂਡ ਆਉਟਪੁੱਟ ਡਿਵਾਈਸਿਸ। ਕੰਪਿਊਟਰ ਦੇ ਇਨਪੁਟ ਅਤੇ ਆਉਟਪੁੱਟ ਯੰਤਰਾਂ ਬਾਰੇ ਵਿਸਥਾਰ ਵਿੱਚ ਦੱਸੋ। ਲਿਸਟ ਦਾ ਫੰਕਸ਼ਨਸ ਆਫ ਦਾ CPU। CPU ਦੇ ਕਿਹੜੇ ਫੰਕਸ਼ਨਸ ਹਨ ਉਹਨਾਂ ਨੂੰ ਲਿਖੋ। ਨੈਕਸਟ ਕੁਐਸਚਨ ਇਜ਼ ਡਿਫਰੈਂਟ ਬਿਟਵੀਨ RAM ਅਤੇ ROM। RAM ਅਤੇ ROM ਵਿੱਚ ਕੀ ਫਰਕ ਹੈ ਉਸ ਨੂੰ ਦੱਸੋ। ਆਵਰ ਨੈਕਸਟ ਕੁਐਸਚਨ ਇਜ਼ ਆਈਡੈਂਟੀਫਾਈ ਦਾ ਡਿਫਰੈਂਟ ਪੋਰਟਸ ਐਂਡ ਕਨੈਕਟਰਸ ਔਨ ਏ ਕੰਪਿਊਟਰ। ਕੰਪਿਊਟਰ ਦੇ ਅੰਦਰ ਕਿਹੜੇ ਪੋਰਟਸ ਅਤੇ ਕਨੈਕਟਰਸ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਥੈਂਕ ਯੂ ਸੋ ਮਚ। ਉਮੀਦ ਕਰਦੀ ਹਾਂ ਕਿ ਮੇਰਾ ਪੜ੍ਹਾਇਆ ਲੈਕਚਰ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ।